ਧੰਨ ਵਾਹਿਗੁਰੂ ਸਾਹਿਬ ਜੀ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ, ਨਹ ਨਿੰਦਿਆ ਨਹ ਉਸਤਤ ਜਾਕੈ। ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ। ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ। ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿ। ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕਉ ਕੀਨੀ। ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ, ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਦੁਕ੍ਰਿਤ ਸੁਕ੍ਰਿਤ ਮੰਧੇ, ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ, ਕੋਈ ਵਿਰਲਾ ਜਾਣਾ। ਦੁਕ੍ਰਿਤ ਸੁਕ੍ਰਿਤ ਮੰਦੇ, ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ, ਕੋਈ ਬਿਰਲਾ ਜਾਣਾ। ਠਾਕੁਰ ਸਰਬੇ ਸਮਾਣਾ, ਕਿਆ ਕਹਉ ਸੁਣਉ ਸੁਆਮੀ। ਤੂੰ ਵੱਡ ਪੁਰਖ ਸੁਜਾਣਾ। ਠਾਕੁਰ ਸਰਬੇ ਸਮਾਣਾ, ਕਿਆ ਕਹਉ ਸੁਣਉ ਸੁਆਮੀ। ਤੂੰ ਵੱਡ ਪੁਰਖ ਸੁਜਾਣਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਬਾਣੀ ਗੁਰੂ ਸ਼ਬਦ ਗੁਰੂ, ਗੁਰਤਾ ਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਅਤ ਧੰਨਤਾ ਦੇ ਪਾਤਰ ਹਾਂ ਜੋ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪੋ ਆਪਣੇ ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ, ਸਾਵਧਾਨਤਾ ਦੇ ਲਈ ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਅੱਜ ਦਾ ਪਾਵਨ ਸ਼ਬਦ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 51 ਤੇ ਸੁਭਾਈਮਾਨ ਹੈ। ਅੱਜ ਦਾ ਪਾਵਨ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਰਹਾਉ ਵਾਲੇ ਬੰਦ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਠਾਕੁਰ ਸਰਬੇ ਸਮਾਣਾ, ਕਿਆ ਕਹੋ ਸੁਣੋ ਸੁਆਮੀ। ਤੂੰ ਬੜ ਪੁਰਖ ਸੁਜਾਣਾ, ਰਹਾਓ। ਮਾਲਕ ਜੀ ਕਹਿੰਦੇ ਜਿਹੜਾ ਮਾਲਕ ਪ੍ਰਮਾਤਮਾ ਪੂਰੇ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ, ਜਿਹੜਾ ਕਿ ਮਾਲਕ ਸਭ ਨੂੰ ਪਾਲਣ ਵਾਲਾ ਹੈ ਤੇ ਸਭਨਾਂ ਦੇ ਦਿਲਾਂ ਦੀ ਜਾਣਦਾ ਹੈ। ਮੈਂ ਉਸ ਮਾਲਕ ਦੇ ਬਾਰੇ ਕੀ ਸੁਣਾ ਤੇ ਕੀ ਕੁਝ ਉਸ ਮਾਲਕ ਦੇ ਬਾਰੇ ਬਿਆਨ ਕਰਾਂ, ਕਿਉਂਕਿ ਮਾਲਕ ਦੇ ਗੁਣ ਹੀ ਇੰਨੇ ਨੇ ਕਿ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਜਦੋਂ ਮਾਲਕ ਜੀ ਦੀ ਬਾਣੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਆ ਗੁਰੂ ਪਿਆਰ ਵਾਲਿਓ, ਜਦੋਂ ਮਾਲਕ ਜੀ ਦੇ ਨਾਲ ਜੁੜਨ ਦੀ ਗੱਲ ਆਉਂਦੀ ਹੈ, ਪਾਤਸ਼ਾਹ ਜੀ ਕਹਿੰਦੇ ਗੱਲ ਧਰਮ ਤੋਂ ਸ਼ੁਰੂ ਕਰਨੀ ਪੈਣੀ ਹੈ। ਕਿਉਂਕਿ ਗੁਰੂ ਪਿਆਰ ਵਾਲਿਓ, ਧਰਮ ਦੇ ਰਾਹੀਂ ਹੀ ਮਨੁੱਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਰੱਬ ਦੀ ਪਹਿਚਾਣ ਕੀ ਹੈ। ਧਰਮ ਦਾ ਜਿਹੜਾ ਪ੍ਰਮੁੱਖ ਕੰਮ ਹੈ, ਰੱਬ ਦੀ ਪਹਿਚਾਣ ਕਰਾਉਣਾ। ਧਰਮ ਰਾਹੀਂ ਹੀ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਮਨੁੱਖਾ ਜਨਮ ਦਾ ਅਸਲ ਦੇ ਵਿੱਚ ਮਨੋਰਥ ਕੀ ਹੈ। ਜਿਨ੍ਹਾਂ ਨੂੰ ਫਿਰ ਇਸ ਦੇਹੀ ਦੇ ਮਨੋਰਥ ਦੀ ਸਮਝ ਪੈ ਜਾਂਦੀ ਹੈ, ਉਹ ਮਨੁੱਖ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਗੁਰੂ ਚਰਨਾਂ ਵਿੱਚ ਗੁਜ਼ਾਰਦੇ ਨੇ। ਧਰਮ ਰਾਹੀਂ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਉਹ ਕਿਹੜੇ ਗੁਣ ਹਨ ਜਿਨ੍ਹਾਂ ਨੂੰ ਆਪਣੇ ਜੀਵਨ ਦੇ ਵਿੱਚ ਪੈਦਾ ਕੀਤਿਆਂ ਰੱਬੀ ਦਰਗਾਹ ਦੇ ਵਿੱਚ ਕਬੂਲ ਹੋਇਆ ਜਾ ਸਕਦਾ ਹੈ। ਗੁਰੂ ਪਾਤਸ਼ਾਹ ਜੀ ਨੇ ਅੱਜ ਪਾਵਨ ਸ਼ਬਦ ਵਰਤਿਆ, ਠਾਕੁਰ ਸਰਬੇ ਸਮਾਣਾ। ਇੱਕ ਤੇ ਠਾਕੁਰ ਉਹ ਹੈ ਜਿਸ ਨੂੰ ਸੰਸਾਰ ਰੱਬ ਮੰਨੀ ਬੈਠਾ ਹੈ। ਦੂਸਰੇ ਪਾਸੇ ਮਾਲਕ ਜੀ ਕਹਿੰਦੇ ਇੱਕ ਠਾਕੁਰ ਉਹ ਹੈ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਸੰਸਾਰ ਦਾ ਜਿਹੜਾ ਠਾਕੁਰ ਹੈ, ਜੋ ਪਾਥਰ ਕਉ ਕਹਤੇ ਦੇਵ, ਤਾਕੀ ਵਿਰਥਾ ਹੋਵੇ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਮਾਲਕ ਜੀ ਕਹਿੰਦੇ ਇੱਕ ਤੇ ਸੰਸਾਰ ਦਾ ਠਾਕੁਰ ਹੈ,
ਗੁਰੂ ਪਿਆਰ ਵਾਲਿਓ, ਆਪਾਂ ਨੇ ਬਚਨਾਂ ਦੀ ਸਾਂਝ ਪਾਈ ਕਿ ਧਰਮ ਦੇ ਰਾਹੀਂ ਮਨੁੱਖ ਨੂੰ ਰੱਬੀ ਗੁਣਾਂ ਦੀ ਪਹਿਚਾਣ ਹੋ ਜਾਂਦੀ ਹੈ। ਪਰ ਮਨੁੱਖੀ ਸੋਚ ਨੇ, ਮਨੁੱਖ ਦੀ ਸਿਆਣਪ ਨੇ, ਮਨੁੱਖ ਇੰਨਾ ਕੁ ਚਲਾਕ ਹੈ, ਆਪਣੀਆਂ ਦੁਕਾਨਾਂ ਚਲਾਉਣ ਦੇ ਲਈ, ਆਪਣਾ ਤੋਰੀ ਫੁਲਕਾ ਚਲਾਉਣ ਦੇ ਲਈ ਮਨੁੱਖ ਦੀ ਸੋਚ ਨੇ ਰੱਬ ਦੇ ਅਨੇਕਾਂ ਹੀ ਰੂਪ ਨੇ ਜਿਹੜੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤੇ। ਸੰਸਾਰ ਦਾ ਜਿਹੜਾ ਠਾਕੁਰ ਹੈ ਉਹ ਮੰਦਰਾਂ ਦੇ ਵਿੱਚ ਪੱਥਰ ਦੇ ਰੂਪ ਦੇ ਵਿੱਚ ਸੁਭਾਈਮਾਨ ਹੈ। ਪਰ ਪਾਤਸ਼ਾਹ ਜੀ ਕਹਿੰਦੇ, ਜੋ ਪਾਥਰ ਕੋ ਕਹਤੇ ਦੇਵ ਤਾਕੀ ਵਿਰਥਾ ਹੋਵੇ ਸੇਵ। ਜਿਸ ਨੂੰ ਤੂੰ ਦੇਵਤਾ ਮੰਨੀ ਬੈਠਾ ਹੈ, ਜਿਸ ਨੂੰ ਤੂੰ ਠਾਕੁਰ ਮੰਨੀ ਬੈਠਾ ਹੈ, ਉਸ ਦੀ ਸੇਵਾ ਕੀਤਿਆਂ ਜੀਵਨ ਦੇ ਵਿੱਚ ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਪਾਥਰ ਨਾ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਜਿਹੜਾ ਨਾ ਕੁਝ ਬੋਲਦਾ ਹੈ ਤੇ ਨਾ ਕੁਝ ਸੁਣ ਸਕਦਾ ਹੈ, ਉਹ ਕਿਸੇ ਨੂੰ ਕੁਝ ਦੇ ਕਿਵੇਂ ਸਕਦਾ ਹੈ? ਪਾਤਸ਼ਾਹ ਜੀ ਕਹਿੰਦੇ, ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਇੱਕ ਤੇ ਠਾਕੁਰ ਉਹ ਹੈ ਜਿਸ ਨੂੰ ਕਿ ਸੰਸਾਰ ਰੱਬ ਮੰਨੀ ਬੈਠਾ ਹੈ, ਪੱਥਰ ਦੇ ਰੂਪ ਦੇ ਵਿੱਚ ਮੰਦਰਾਂ ਦੇ ਵਿੱਚ ਸੁਭਾਏਮਾਨ ਹੈ। ਹੋਰ ਮੜੀਆਂ ਮਸਾਣੀਆਂ ਤੇ ਆਪਾਂ ਜਾਂਦੇ ਹਾਂ, ਅਨੇਕਾਂ ਤਰੀਕਿਆਂ ਦੇ ਨਾਲ ਮਨੁੱਖ ਠਾਕੁਰ ਦੇ ਰੂਪ ਦੇ ਵਿੱਚ ਉਹਦੀ ਪੂਜਾ ਕਰਦਾ ਹੈ। ਪਰ ਇੱਥੇ ਜਿਹੜਾ ਠਾਕੁਰ ਸ਼ਬਦ ਹੈ, ਗੁਰੂ ਪਿਆਰ ਵਾਲਿਓ, ਮਾਲਕ ਪ੍ਰਭੂ ਪਰਮਾਤਮਾ ਵਾਸਤੇ ਆਇਆ ਹੈ। ਪਰ ਮਨੁੱਖੀ ਮਨ ਨੇ ਠਾਕੁਰ ਨੂੰ ਪੱਥਰ ਦੇ ਨਾਲ ਜੋੜ ਦਿੱਤਾ, ਜਿਸ ਦੇ ਨਾਲ ਸਾਂਝ ਪਾਇਆ ਰੱਬੀ ਗੁਣਾਂ ਦੀ ਪਹਿਚਾਣ ਹੁੰਦੀ ਹੈ, ਜੀਵਨ ਦੇ ਮਨੋਰਥ ਦੀ ਸਮਝ ਆਉਂਦੀ ਹੈ। ਮਾਲਕ ਜੀ ਕਹਿੰਦੇ ਉਹ ਠਾਕੁਰ ਹੈ। ਠਾਕੁਰ ਦੀ ਨਿਸ਼ਾਨੀ ਕੀ ਹੈ? ਗੁਰ ਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸੱਚ ਸ਼ਬਦ ਪਛਾਨੈ। ਸੰਸਾਰ ਕਿਤੇ ਭੁਲੇਖੇ ਵਿੱਚ ਨਾ ਰਹਿ ਜਾਏ ਕਿ ਠਾਕੁਰ ਕੌਣ ਹੈ। ਮਾਲਕ ਜੀ ਕਹਿੰਦੇ, ਜਿਸ ਦੀ ਸੇਵਾ ਕੀਤਿਆਂ, ਜਿਸ ਦੀ ਸ਼ਰਨ ਵਿੱਚ ਪਿਆ, ਮਨੁੱਖੀ ਮਨ ਦੀ ਭਟਕਣਾ ਦੂਰ ਹੋ ਜਾਏ। ਭਟਕਣਾ ਦੂਰ ਹੋਣ ਤੋਂ ਬਾਅਦ ਮਨ ਸਹਿਜ ਅਵਸਥਾ ਦੇ ਵਿੱਚ ਟਿਕ ਜਾਏ, ਉਹ ਹੈ ਠਾਕੁਰ। ਠਾਕੁਰ ਤੁਮ ਸ਼ਰਨ ਆਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਿਸ ਦੀ ਸ਼ਰਨ ਦੇ ਵਿੱਚ ਪਿਆ, ਜ਼ਿੰਦਗੀ ਦੇ ਵਿੱਚੋਂ ਭਰਮ ਹੀ ਖਤਮ ਹੋ ਜਾਣ। ਜਿਸ ਦੀ ਸ਼ਰਨ ਵਿੱਚ ਪਿਆ, ਮਨ ਦੀ ਭਟਕਣਾ ਦੂਰ ਹੋ ਜਾਏ। ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ। ਠਾਕੁਰ ਸਰਬੇ ਸਮਾਣਾ, ਅੱਗੇ ਬਚਨ ਕੀਤੇ ਤੂੰ ਬੜ ਪੁਰਖ ਸੁਜਾਣਾ। ਅਨ ਬੋਲਤ ਮੇਰੀ ਬਿਰਥਾ ਜਾਨੀ। ਅਸਲ ਦੇ ਵਿੱਚ ਠਾਕੁਰ ਹੈ ਹੀ ਉਹ ਹੈ ਕਿ ਬਿਆਨ ਕੁਝ ਕਰਨ ਤੋਂ ਪਹਿਲਾਂ ਹੀ ਮੇਰੀ ਪੀੜਾ ਨੂੰ ਸਮਝ ਲੈਂਦਾ ਹੈ, ਮੇਰੀ ਵੇਦਨਾ ਨੂੰ ਜਾਣ ਲੈਂਦਾ। ਇਸ ਕਰਕੇ ਮਾਲਕ ਜੀ ਕਹਿੰਦੇ, ਜਿਹੜਾ ਠਾਕੁਰ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ, ਪੂਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ, ਜਿਸ ਦੇ ਗੁਣ ਹੀ ਅਨੇਕਾਂ ਹਨ ਕਿ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਮਾਲਕ ਜੀ ਕਹਿੰਦੇ, ਮਨੁੱਖਾ ਤੂੰ ਉਹਦੀ ਸ਼ਰਨ ਵਿੱਚ ਪੈ। ਗੁਰਮੁਖ ਪੂਰਾ ਜੇ ਮੇਰੇ ਠਾਕੁਰ, ਪੂਰੇ ਤਖਤ ਅਡੋਲ। ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ। ਜਿਹੜਾ ਠਾਕੁਰ ਹੈ, ਮਾਲਕ ਪ੍ਰਭੂ ਪਰਮਾਤਮਾ, ਉਹ ਤੇ ਆਪ ਅਡੋਲ ਹੈ, ਉਹਦਾ ਤਖਤ ਅਡੋਲ ਹੈ। ਜਿਹੜਾ ਉਸ ਦੇ ਨਾਲ ਜੁੜ ਜਾਂਦਾ ਹੈ, ਉਸ ਦਾ ਰੂਪ ਹੋ ਕੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ ਤੇ ਆਪ ਵੀ ਉਹ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਗੁਰੂ ਆਪ ਹੀ ਡੋਲਦਾ ਹੋਵੇ, ਜਿਸ ਠਾਕੁਰ ਨੂੰ
ਆਪਣੀ ਜਗ੍ਹਾ ਤੇ ਪਹੁੰਚਣ ਦੇ ਲਈ ਦੂਜਿਆਂ ਦੇ ਸਹਾਰਿਆਂ ਦੀ ਲੋੜ ਪਏ, ਉਹ ਕਿਸੇ ਦਾ ਸਹਾਰਾ ਕਿਵੇਂ ਬਣ ਸਕਦਾ ਹੈ? ਮਾਲਕ ਜੀ ਕਹਿੰਦੇ, ਮੇਰੇ ਠਾਕੁਰ ਪੂਰੇ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ। ਤੂੰ ਉਸ ਠਾਕੁਰ ਨਾਲ ਜੁੜ ਜਿਸ ਦੇ ਬੇਅੰਤ ਗੁਣ ਹਨ, ਜਿਹੜੇ ਕਿ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰ ਸਗਲਾਣਾ, ਦੋਹੂੰ ਤੇ ਰਹਿਤ ਭਗਤ ਹੈ, ਕੋਈ ਬਿਰਲਾ ਜਾਣਾ। ਦੁਕ੍ਰਿਤ ਦਾ ਭਾਵ ਹੈ ਮਾੜਾ, ਸੁਕ੍ਰਿਤ ਦਾ ਭਾਵ ਹੈ ਚੰਗਾ। ਪਾਤਸ਼ਾਹ ਜੀ ਕਹਿੰਦੇ, ਸ਼ਾਸਤਰਾਂ ਦੀ ਵਿਚਾਰ ਦੇ ਅਨੁਸਾਰ ਮਿਥੇ ਹੋਏ ਉਹ ਕਰਮ ਜਿੱਥੋਂ ਮਨੁੱਖਾਂ ਨੂੰ ਸਮਝ ਪੈਂਦੀ ਹੈ ਕਿ ਆਹ ਕੰਮ ਕੀਤਿਆਂ ਆਹ ਚੀਜ਼ ਦੀ ਪ੍ਰਾਪਤੀ ਹੋਏਗੀ, ਆਹ ਕੰਮ ਕੀਤਿਆਂ ਇਹਦੀ ਪ੍ਰਾਪਤੀ ਹੋਏਗੀ। ਵੇਦਾਂ ਸ਼ਾਸਤਰਾਂ ਦੀ ਵਿਚਾਰ ਦੇ ਮੁਤਾਬਕ ਤੈਅ ਕੀਤੇ ਹੋਏ ਉਹ ਦਿਨ, ਜਿਸ ਦਿਨ ਆਹ ਕੰਮ ਕੀਤਿਆਂ ਆਹ ਮਿਲਣਾ। ਪਰ ਮਾਲਕ ਜੀ ਕਹਿੰਦੇ, ਦੋਹੂੰ ਤੇ ਰਹਿਤ ਭਗਤ ਹੈ, ਕੋਈ ਬਿਰਲਾ ਜਾਣਾ। ਜਿਹੜਾ ਮਨੁੱਖ ਇਹਨਾਂ ਦੀ ਵਿਚਾਰ ਤੋਂ ਉੱਪਰ ਉੱਠ ਜਾਂਦਾ ਹੈ, ਚੰਗੇ ਮੰਦੇ ਦੀ ਪਰਖ ਤੋਂ ਉੱਪਰ ਉੱਠਣ ਵਾਲਾ ਹੀ ਜਿਹੜਾ ਮਨੁੱਖ ਹੈ, ਉਹ ਪਰਮਾਤਮਾ ਦਾ ਭਗਤ ਅਖਵਾ ਸਕਦਾ ਹੈ। ਕੋਈ ਬਿਰਲਾ ਹੀ ਮਨੁੱਖ ਹੈ ਜਿਹੜਾ ਕਿ ਇਹਨਾਂ ਦੀ ਵਿਚਾਰ ਤੋਂ ਬਚਿਆ ਹੋਵੇ, ਉਹੀ ਫਿਰ ਪਰਮਾਤਮਾ ਦਾ ਭਗਤ ਅਖਵਾਉਂਦਾ, ਭਗਤ ਬਣਦਾ। ਗੁਰੂ ਪਿਆਰ ਵਾਲਿਓ, ਜਿਹੜੇ ਰੱਬੀ ਹੁਕਮ ਦੇ ਅਨੁਸਾਰ ਚੱਲਣ ਵਾਲੇ ਨੇ, ਰੱਬੀ ਹੁਕਮ ਦੇ ਅਨੁਸਾਰ ਚੱਲਣ ਵਾਲਿਆਂ ਦਾ ਜੀਵਨ ਹੈ ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉਨੇ। ਮਨੁੱਖ ਤੇ ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਉਣ ਦੇ ਬਾਵਜੂਦ ਵੀ ਚੰਗੇ ਮੰਦੇ ਤੋਂ ਉੱਪਰ ਹੀ ਨਹੀਂ ਉੱਠ ਸਕਿਆ। ਆਪਣੇ ਘਰ ਦੇ ਵਿੱਚ ਵਿਆਹ ਦਾ ਦਿਨ ਕਢਵਾਉਣਾ ਹੋਵੇ, ਘਰ ਅਖੰਡ ਪਾਠ ਸਾਹਿਬ ਰਖਵਾਉਣਾ ਹੋਵੇ, ਸਹਿਜ ਪਾਠ ਰਖਵਾਉਣਾ ਹੋਵੇ, ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਅਖਵਾਉਣ ਵਾਲਾ ਪੰਡਤਾਂ ਕੋਲ ਜਾ ਕੇ ਪੁੱਛਦਾ, ਸਾਨੂੰ ਦੱਸਿਓ ਕਿ ਆਹ ਦਿਨ ਚੰਗਾ ਕਿ ਮਾੜਾ। ਖੇਤ ਦੇ ਵਿੱਚ ਜੇ ਪਾਣੀ ਦਾ ਬੋਰ ਤੱਕ ਵੀ ਲਵਾਉਣਾ ਹੈ, ਤਾਂ ਵੀ ਮਨੁੱਖ ਕਿਸੇ ਸਿਆਣੇ ਨੂੰ ਲੈ ਕੇ ਜਾਂਦਾ ਹੈ, ਪੁੱਛਦਾ ਹੈ ਕਿ ਤੁਸੀਂ ਧਰਤੀ ਨੂੰ ਚੈੱਕ ਕਰਕੇ ਦੱਸੋ ਕਿ ਇੱਥੋਂ ਨਿਕਲਣ ਵਾਲਾ ਜਿਹੜਾ ਪਾਣੀ ਹੈ ਪੀਣ ਯੋਗ ਹੈ ਕਿ ਨਹੀਂ। ਅਖਵਾਉਂਦਾ ਗੁਰੂ ਕਾ ਸਿੱਖ ਹੈ, ਪਰ ਜ਼ਿੰਦਗੀ ਦੇ ਵਿੱਚੋਂ ਭਰਮ ਹੈ ਜਿਹੜਾ ਖਤਮ ਨਹੀਂ ਹੋ ਸਕਿਆ। ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉਨੇ। ਮਾਲਕ ਜੀ ਕਹਿੰਦੇ, ਉਹ ਸਾਰੇ ਦਿਨ, ਸਾਰੀਆਂ ਰੁੱਤਾਂ ਹੀ ਚੰਗੀਆਂ ਨੇ ਜਿੰਨਾ ਸਮਾਂ ਤੇਰਾ ਮਾਲਕ ਦੇ ਚਰਨਾਂ ਦੇ ਨਾਲ ਪਿਆਰ ਬਣਿਆ ਹੋਇਆ। 12 ਮਾਹ ਦੀ ਪਾਵਨ ਬਾਣੀ ਦੇ ਵਿੱਚ ਜਿੱਥੇ ਮਾਲਕ ਜੀ ਨੇ ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ, ਉੱਥੇ ਅਖੀਰ ਦੇ ਉੱਪਰ ਕਿ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਏ, ਸਮਝਾ ਵੀ ਦਿੱਤਾ। ਬੇਦਸ ਮਾਹ ਰੁੱਤੀ ਥਿੱਤੀ ਬਾਰ ਭਲੇ। ਉਹ ਸਾਰੇ ਹੀ ਮਹੀਨੇ, ਉਹ ਸਾਰੇ ਹੀ ਦਿਨ ਚੰਗੇ ਨੇ ਜੇ ਮਨੁੱਖ ਮਾਲਕ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਜਿਤ ਦਿਨ ਬਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਜਿਸ ਦਿਨ ਤੈਨੂੰ ਮਾਲਕ ਪ੍ਰਭੂ ਵਿਸਰ ਗਿਆ, ਉਹ ਤੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਹੋਏਗਾ। ਇੱਥੋਂ ਅੱਜ ਅਸੀਂ ਇਸ ਵਿਚਾਰ ਦੇ ਨਾਲ ਸਮਝਣਾ ਹੈ ਕਿ ਪਰਮਾਤਮਾ ਦੇ ਬਣਾਏ ਹੋਏ ਸਾਰੇ ਜੀਵ ਵੀ ਚੰਗੇ ਨੇ, ਸਾਰੇ ਦਿਨ ਚੰਗੇ ਨੇ, ਕੋਈ ਮਾੜਾ ਚੰਗਾ ਦਿਨ ਨਹੀਂ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਭਗਤ ਸਾਹਿਬਾਨਾਂ ਨੇ ਤੇ ਭੁਲੇਖਾ ਹੀ ਕੱਢ ਦਿੱਤਾ ਇਹਨਾਂ ਦੋ ਸ਼ਬਦਾਂ ਦੇ ਨਾਲ।
ਮਨੁੱਖਾ, ਪਰਮਾਤਮਾ ਨੂੰ ਕਿਉਂ ਮਾੜਾ ਕਹਿੰਨੇ? ਪਰਮਾਤਮਾ ਦੀ ਕਿਉਂ ਨਿੰਦਾ ਕਰਦਾ ਪਿਆ? ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਤੇਰੀ ਜ਼ਿੰਦਗੀ ਦੇ ਵਿੱਚ ਜੇ ਕੁਝ ਚੰਗਾ ਹੋ ਰਿਹਾ, ਤੇਰੇ ਨਾਲ ਜੋ ਕੁਝ ਮਾੜਾ ਹੋ ਰਿਹਾ, ਉਹ ਤੇਰੇ ਆਪਣੇ ਕਰਮਾਂ ਦਾ ਫਲ ਹੈ। ਇਹਦੇ ਵਿੱਚ ਪਰਮਾਤਮਾ ਨੂੰ ਦੋਸ਼ੀ ਨਾ ਠਹਿਰਾ, ਕਿਉਂਕਿ ਗੁਰੂ ਪਿਆਰ ਵਾਲਿਓ, ਸੰਸਾਰ ਦੀ ਰੀਤ ਹੈ, ਜੇ ਤੇ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋ ਰਿਹਾ ਉਹ ਤੇ ਮੈਂ ਕੀਤਾ, ਜੇ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਹੋ ਰਿਹਾ ਉਹ ਪਰਮਾਤਮਾ ਨੇ ਕੀਤਾ। ਮਨੁੱਖ ਦੇ ਜੀਵਨ ਦੇ ਵਿੱਚ ਭੁਲੇਖਾ ਨਾ ਰਹਿ ਜਾਏ। ਭਗਤ ਸਾਹਿਬਾਨਾਂ ਨੇ ਉਦਾਹਰਨਾਂ ਵੀ ਉਹਨਾਂ ਦੇਵਤਿਆਂ ਦੀਆਂ ਦਿੱਤੀਆਂ ਜਿਨ੍ਹਾਂ ਦਾ ਇਸ ਸੰਸਾਰ ਦੇ ਵਿੱਚ ਬੜਾ ਨਾਮ ਸੀ। ਪਾਵਨ ਸ਼ਬਦ ਦੇ ਅੰਦਰ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਜੇ ਤੁਹਾਨੂੰ ਇਸ ਗੱਲ ਦਾ ਕੋਈ ਭੁਲੇਖਾ ਹੈ ਕਿ ਚੰਗਾ ਮਾੜਾ ਤੁਹਾਡੇ ਆਪਣੇ ਕਰਮਾਂ ਕਰਕੇ ਤੁਹਾਨੂੰ ਮਿਲਿਆ, ਉਹਨਾਂ ਦੇਵਤਿਆਂ ਦੇ ਜੀਵਨ ਨੂੰ ਵੀ ਵੇਖ ਲਓ ਜਿਨ੍ਹਾਂ ਨੂੰ ਇਸ ਸੰਸਾਰ ਨੇ ਰੱਬ ਬਣਾ ਕੇ ਪੂਜਿਆ। ਉਹਨਾਂ ਨੂੰ ਵੀ ਆਪਣੇ ਕਰਮਾਂ ਦਾ ਫਲ ਭੁਗਤਣਾ ਪਿਆ। ਆਖੋ ਸਤਨਾਮ। ਮਨੁੱਖ ਸੋਚਦਾ ਹੈ ਅਜੋਕੇ ਸਮੇਂ ਦੇ ਅੰਦਰ ਕਿ ਮੈਂ ਵਿਕਾਸ ਵੱਲ ਜਾ ਰਿਹਾ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਮਾਲਕ ਨੇ ਸਮਝਾ ਦਿੱਤਾ ਸੱਜਣਾ, ਜਿਹੜੀ ਕੁਦਰਤ ਮਾਲਕ ਨੇ ਪੈਦਾ ਕੀਤੀ ਹੈ ਸੁਖੀ ਜੀਵਨ ਬਤੀਤ ਕਰਨ ਵਾਸਤੇ ਹੈ। ਸਾਰੇ ਜੀਵਾਂ ਦਾ ਜਿਹੜਾ ਜੀਵਨ ਹੈ ਸੁਖੀ ਬਤੀਤ ਹੋਵੇ। ਕੁਦਰਤ ਦੇ ਨਾਲ ਮਨੁੱਖ ਨੇ ਜਦੋਂ ਤੋਂ ਖਿਲਵਾੜ ਕਰਨਾ ਸ਼ੁਰੂ ਕੀਤਾ, ਸਾਰਾ ਹੀ ਸੰਸਾਰ ਹੈ ਜਿਹੜਾ ਰੋਗਾਂ ਦਾ ਸ਼ਿਕਾਰ ਹੋ ਗਿਆ। ਮਨੁੱਖ ਨੂੰ ਲੱਗਦਾ ਹੈ ਕਿ ਮੈਂ ਵਿਕਾਸ ਵੱਲ ਜਾ ਰਿਹਾ। ਅਸਲ ਦੇ ਵਿੱਚ ਅਜੋਕੇ ਸਮੇਂ ਦੇ ਅੰਦਰ ਵੇਖਿਆ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਮਨੁੱਖ ਹੈ ਵਿਕਾਸ ਵੱਲ ਨਹੀਂ, ਅਸੀਂ ਵਿਨਾਸ਼ ਵੱਲ ਵੱਧ ਰਹੇ ਹਾਂ। ਧਰਤੀ ਦੇ ਵਿੱਚ ਜੇ ਜ਼ਹਿਰ ਪਾਵਾਂਗੇ ਤੇ ਜ਼ਹਿਰ ਹੀ ਪੈਦਾ ਹੋਏਗਾ। ਜ਼ਹਿਰ ਇੰਨਾ ਕੁ ਖਿਲਾਰ ਦਿੱਤਾ ਹੈ, ਜ਼ਮੀਨਾਂ ਬੰਜਰ ਹੋ ਰਹੀਆਂ ਨੇ। ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਮਨੁੱਖੀ ਸਰੀਰਾਂ ਨੂੰ ਲੱਗ ਰਹੀਆਂ ਨੇ। ਮਾਲਕ ਜੀ ਕਹਿੰਦੇ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਤੇਰੇ ਨਾਲ ਜੋ ਚੰਗਾ ਮੰਦਾ ਹੋ ਰਿਹਾ ਉਹਦੇ ਵਿੱਚ ਮਾਲਕ ਦਾ ਦੋਸ਼ ਥੋੜਾ ਆ, ਉਹ ਤੇਰੇ ਆਪਣੇ ਕਰਮਾਂ ਦਾ ਫਲ ਹੈ। ਮਾਲਕ ਜੀ ਕਹਿੰਦੇ ਫਿਰ ਭਗਤ ਦੀ ਨਿਸ਼ਾਨੀ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਬਾਣੀ ਦੇ ਪਾਵਨ ਬਚਨ ਸਭ ਕੋ ਤੇਰਾ ਭਗਤ ਕਹਾਏ। ਆਖਣ ਨੂੰ ਸੰਸਾਰ ਦੇ ਵਿੱਚ ਹਰ ਮਨੁੱਖ ਕਹਿੰਦਾ ਹੈ ਮੈਂ ਪਰਮਾਤਮਾ ਦਾ ਭਗਤ ਹਾਂ, ਮੈਂ ਗੁਰੂ ਦਾ ਸਿੱਖ ਹਾਂ। ਨਹ ਨਿੰਦਿਆ ਨਹ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਨ, तेह घट ब्रह्म निवासा, गुर किरपा जिह नरको कीनी, तेह एह जुगत पछानी। जिन्हां ने इस जुगत नूं समझ लिया, गुर किरपा उन्हां दे उपर गुरु दी बख्शिश हो गई। जिन्हां ने इस जुगत नूं समझ लिया कि भगत बनन दी युगती की है, सिख बनन दी निशानी की है। नानक लीन भयो गोविंद स्यों ज्यों पानी संग पानी। वो मालक दे विच इदां अभेद हो जांदे ने जिवें पानी दे विच पानी समाया होया। भगत फरीद साहब जी ने जदों पावन बचन पढ़दे आ, भगत फरीद साहब जी ने ते बहुत सौखे शब्दां दे विच स्पष्ट कीता कि भगत कौन है। मत हुंदी होए इयाणा, मालिक दी बख्शिश दे नाल भावें दुनिया दा ज्ञान है, भावें अध्यात्मक ज्ञान है, जनाउंदा नहीं है कि मैं ते इन्नी बाणी पढ़दा, मैनू इन्ना उस परमात्मा दे बारे ज्ञान है। मत हुंदी होए इयाणा,
ਬਹੁਤਾ ਗਿਆਨ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਏਦਾਂ ਸਮਝਦਾ ਹੈ ਕਿ ਮੈਨੂੰ ਤੇ ਕੁਝ ਆਉਂਦਾ ਹੀ ਨਹੀਂ ਹੈ। ਜਿਨ ਹਰ ਪਾਇਓ ਤਿਨ ਹੈ ਛਪਾਇਓ। ਜਿਨ੍ਹਾਂ ਨੇ ਮਾਲਕ ਨੂੰ ਪ੍ਰਾਪਤ ਕੀਤਾ ਹੈ ਉਹ ਲੋਕਾਂ ਨੂੰ ਦੱਸਦੇ ਨਹੀਂ ਫਿਰਦੇ। ਜਿਹੜੇ ਅੱਜ ਦੇ ਸਮੇਂ ਦੇ ਅੰਦਰ ਅਖਵਾਉਣ ਵਾਲੇ ਸੰਤ ਨੇ, ਅਖਵਾਉਣ ਵਾਲੇ ਭਗਤ ਨੇ, ਉਹ ਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾ ਪਾ ਕੇ ਦੱਸਦੇ ਨੇ ਕਿ ਅਸੀਂ ਸੰਤ ਹਾਂ, ਅਸੀਂ ਭਗਤ ਹਾਂ। ਮਾਲਕ ਜੀ ਕਹਿੰਦੇ ਉਹ ਦੱਸਦੇ ਨਹੀਂ ਹੈਗੇ, ਉਹ ਦਿਖਾਵਾ ਨਹੀਂ ਕਰਦੇ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਮਿਤਾਣਾ। ਸਾਰੀਆਂ ਤਾਕਤਾਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਜਿਹੜਾ ਪਰਮਾਤਮਾ ਦਾ ਭਗਤ ਹੈ, ਗੁਰੂ ਦਾ ਸਿੱਖ ਹੈ, ਮਿਤਾਣਾ ਰਹਿੰਦਾ, ਨਿਮਾਣਾ ਬਣ ਕੇ ਰਹਿੰਦਾ। ਅਣਹੋਂਦੇ ਆਪ ਵੰਡਾਏ ਭਗਤ ਦੀ ਨਿਸ਼ਾਨੀ ਕੀ ਹੈ? ਕੋਲ ਬਹੁਤਾ ਕੁਝ ਨਾ ਹੋਣ ਦੇ ਬਾਵਜੂਦ ਵੀ ਵੰਡ ਕੇ ਛਕਣ ਦੀ ਸਮਰੱਥਾ ਰੱਖਦਾ। ਅਣਹੋਂਦੇ ਆਪ ਵੰਡਾਏ ਉਹ ਐਸਾ ਭਗਤ ਸਦਾਏ, ਜਿਹੜਾ ਨਿਮਾਣਾ ਬਣ ਕੇ ਰਹਿੰਦਾ, ਨਿਮਰਤਾ ਦੇ ਵਿੱਚ ਰਹਿੰਦਾ, ਸਾਰਿਆਂ ਨਾਲ ਵੰਡ ਕੇ ਛਕਣ ਦੀ ਸਮਰੱਥਾ ਰੱਖਦਾ। ਮਾਲਕ ਜੀ ਕਹਿੰਦੇ ਕੋ ਐਸਾ ਭਗਤ ਸਦਾਏ। ਉਸੇ ਮਨੁੱਖ ਨੂੰ ਭਗਤ ਆਖਿਆ ਜਾ ਸਕਦਾ। ਸੇ ਭਗਤ ਸਤਿਗੁਰ ਮਨ ਭਾਏ। ਜਿਹੜੇ ਗੁਰੂ ਨੂੰ ਚੰਗੇ ਲੱਗ ਗਏ, ਜਿਨ੍ਹਾਂ ਦੀ ਸੇਵਾ ਕੀਤੀ ਗੁਰੂ ਨੂੰ ਪ੍ਰਵਾਨ ਹੋ ਗਈ, ਮਾਲਕ ਜੀ ਕਹਿੰਦੇ ਉਹ ਭਗਤ ਹਨ, ਉਹ ਗੁਰੂ ਕੇ ਸਿੱਖ ਹਨ। ਦੋਹੂ ਤੇ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ। ਕੋਈ ਬਿਰਲਾ ਹੀ ਮਨੁੱਖ ਹੈ ਜਿਹੜਾ ਕਿ ਚੰਗੇ ਮੰਦੇ ਦੀ ਪਰਖ ਤੋਂ ਉੱਪਰ ਉੱਠ ਜਾਂਦਾ ਹੈ। ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ। ਤਤ ਸਮਦਰਸੀ ਸੰਤ ਹੋ ਕਈ ਕੋਟ ਮੰਦਾਹੀ। ਅਗਲੇ ਬਚਨਾਂ ਦੇ ਰਾਹੀਂ ਮਾਲਕ ਜੀ ਨੇ ਸਪਸ਼ਟੀ ਕਰ ਦਿੱਤਾ, ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਸਤਿਕਾਰ ਤੇ ਨਿਰਾਦਰ ਦੇ ਚੱਕਰਾਂ ਦੇ ਵਿੱਚ ਹੀ ਫਸਿਆ ਰਿਹਾ, ਉਹ ਪਰਮਾਤਮਾ ਦਾ ਭਗਤ, ਗੁਰੂ ਕਾ ਸਿੱਖ ਨਹੀਂ ਅਖਵਾ ਸਕਦਾ। ਕਿਉਂਕਿ ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਨ ਦਾ ਯਤਨ ਕਰਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰੇ ਕਰਨ ਵਾਸਤੇ ਘਰੋਂ ਚੱਲੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਦਾ ਪ੍ਰਚਾਰ ਕਰ ਰਹੇ ਨੇ, ਬਹੁਤ ਸਾਰੇ ਲੋਕ ਇੱਦਾਂ ਦੇ ਵੀ ਮਿਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਿਰਾਦਰ ਵੀ ਕੀਤਾ, ਬਹੁਤ ਸਾਰੇ ਸਤਿਕਾਰ ਕਰਨ ਵਾਲੇ ਵੀ ਮਿਲੇ। ਪਰ ਗੁਰੂ ਸਾਹਿਬ ਨੇ ਆਪਣਾ ਜਿਹੜਾ ਮਨੋਰਥ ਹੈ, ਆਪਣਾ ਜਿਹੜਾ ਟੀਚਾ ਹੈ, ਉਹ ਮੁੱਖ ਰੱਖਿਆ। ਕਿਉਂਕਿ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਜਿੱਥੇ ਜਹਾਨ ਉਸਤਤ ਕਰਦਾ, ਉੱਥੇ ਦੂਸਰੇ ਪਾਸੇ ਚੰਗੇ ਕੰਮ ਦੀ ਵਿਰੋਧਤਾ ਕਰਨ ਵਾਲੇ ਵੀ ਬਹੁਤ ਆ ਜਾਂਦੇ ਆ। ਇਸ ਕਰਕੇ ਮਾਲਕ ਜੀ ਕਹਿੰਦੇ ਜਿਹੜਾ ਮਨੁੱਖ ਆਦਰ ਤੇ ਨਿਰਾਦਰ ਤੋਂ ਉੱਪਰ ਉੱਠ ਜਾਂਦਾ, ਉਹ ਸੇਵਕ ਅਖਵਾ ਸਕਦਾ। ਜਿਹੜਾ ਆਦਰ ਤੇ ਨਿਰਾਦਰ ਦੇ ਚੱਕਰ ਵਿੱਚ ਹੀ ਫਸਿਆ ਰਿਹਾ, ਉਸ ਨੂੰ ਸੇਵਕ ਨਹੀਂ ਆਖਿਆ ਜਾ ਸਕਦਾ। ਤਤ ਸਮਦਰਸੀ ਸੰਤ ਹੋ ਕਈ ਕੋਟ ਮੰਦਾਹੀ। ਮਾਲਕ ਜੀ ਕਹਿੰਦੇ ਭਗਤ ਦੀ ਨਿਸ਼ਾਨੀ ਹੈ, ਜਿਵੇਂ ਪਰਮਾਤਮਾ ਸਭ ਜੀਵਾਂ ਨੂੰ ਮਿਹਰ ਦੀ ਨਿਗਾਹ ਦੇ ਨਾਲ ਤੱਕਦਾ, ਸਭ ਨੂੰ ਇੱਕ ਬਰਾਬਰ ਸਮਝਦਾ, ਉਸੇ ਤਰ੍ਹਾਂ ਗੁਰੂ ਕਾ ਸਿੱਖ ਪਰਮਾਤਮਾ ਦਾ ਜਿਹੜਾ ਭਗਤ ਹੈ, ਪੂਰੀ ਕਾਇਨਾਤ ਦੇ ਵਿੱਚੋਂ ਮਾਲਕ ਦੀ ਜੋਤ ਨੂੰ ਵੇਖਦਾ ਹੋਇਆ ਸਭਨਾਂ ਨੂੰ ਇੱਕ ਬਰਾਬਰ ਸਮਝਦਾ ਹੈ, ਕਿਸੇ ਨਾਲ ਭੇਦ ਭਾਵ ਨਹੀਂ ਕਰਦਾ। ਕਹਿਨ ਕਹਾਵਨ ਇਹ ਕੀਰਤ ਕਰ ਲਾ, ਕਥਨ ਕਹਿਨ ਤੇ ਮੁਕਤਾ। ਗੁਰਮੁਖ ਕੋਈ ਬਿਰਲਾ।
ਆਖਣ ਨੂੰ ਤੇ ਮਾਲਕ ਜੀ ਕਹਿੰਦੇ ਸਭ ਕੋ ਤੇਰਾ ਭਗਤ ਕਹਾਏ। ਮਨੁੱਖ ਆਖਣ ਨੂੰ ਤੇ ਗੁਰੂ ਕਾ ਸਿੱਖ ਅਖਵਾਉਂਦਾ ਹੈ, ਭਗਤ ਅਖਵਾਉਂਦਾ ਹੈ, ਕਿਉਂਕਿ ਜੋ ਕੁਝ ਕਥਨੀ ਦੇ ਵਿੱਚ ਹੈ ਉਹ ਕੁਝ ਕਰਨੀ ਦੇ ਵਿੱਚ ਨਹੀਂ ਹੈ। ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਬਿਰਲਾ, ਜੀਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਕੁਝ ਹੋਰ ਨੇ ਤੇ ਅੰਦਰੋਂ ਕੁਝ ਹੋਰ ਨੇ। ਮਾਲਕ ਜੀ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ, ਪਰਮਾਤਮਾ ਦਾ ਭਗਤ ਹੈ, ਜੋ ਕੁਝ ਜ਼ੁਬਾਨੀ ਆਖਦਾ ਉਹੀ ਉਹਦੇ ਜੀਵਨ ਦੇ ਵਿੱਚ ਹੁੰਦਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜੋ ਕੁਝ ਉਹਦੀ ਕਥਨੀ ਵਿੱਚ ਹੈ ਉਹੀ ਕੁਝ ਉਹਦੀ ਕਰਨੀ ਵਿੱਚ ਹੁੰਦਾ ਹੈ। ਮਾਲਕ ਜੀ ਕਹਿੰਦੇ ਏਦਾਂ ਦੇ ਜਿਹੜੇ ਮਨੁੱਖ ਨੇ ਇਸ ਸੰਸਾਰ ਵਿੱਚ ਬਿਰਲੇ ਹਨ। ਗਤ ਅਵਿਗਤ ਕਛ ਨਦਰ ਨ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਮਾਲਕ ਜੀ ਕਹਿੰਦੇ ਜਿਹੜੇ ਮਨੁੱਖ ਚੰਗੇ ਮੰਦੇ ਦੀ ਪਰਖ ਤੋਂ ਉੱਪਰ ਉੱਠ ਜਾਂਦੇ ਨੇ, ਗਤ ਅਵਿਗਤ ਕੇ ਆਹ ਕਰਮ ਕੀਤਿਆਂ ਸ਼ਾਸਤਰਾਂ ਦੀ ਵਿਚਾਰ ਅਨੁਸਾਰ ਮੁਕਤੀ ਮਿਲਣੀ ਹੈ, ਆਹ ਕਰਮ ਨਾ ਕੀਤਾ ਤੇ ਮੁਕਤੀ ਨਹੀਂ ਮਿਲੇਗੀ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਸਵਰਗ ਦਾ ਅਰਥ ਹੈ ਸੁੱਖ, ਨਰਕ ਦਾ ਅਰਥ ਹੈ ਦੁੱਖ। ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਕਤੀ ਦੀ ਇੱਛਾ ਹੀ ਨਹੀਂ ਰਹਿੰਦੀ। ਸਵਰਗ ਤੇ ਨਰਕ ਦੀ ਵਿਚਾਰ ਤੋਂ ਉੱਪਰ ਉੱਠ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ, ਮਾਲਕ ਦੇ ਚਰਨਾਂ ਵਿੱਚ ਮੈਨੂੰ ਨਿਵਾਸ ਮਿਲ ਗਿਆ, ਮਾਲਕ ਨੇ ਆਪਣੇ ਚਰਨਾਂ ਵਿੱਚ ਮੈਨੂੰ ਜਗ੍ਹਾ ਦੇ ਦਿੱਤੀ। ਇਹ ਤੋਂ ਵੱਡੀ ਮੁਕਤੀ ਹੋਰ ਕੀ ਹੋ ਸਕਦੀ ਹੈ? ਇਸ ਤੋਂ ਵੱਡਾ ਸਵਰਗ ਕੀ ਹੋ ਸਕਦਾ ਹੈ? ਮਾਲਕ ਜੀ ਕਹਿੰਦੇ ਜਿਹੜੇ ਇਸ ਵਿਚਾਰ ਤੋਂ ਉੱਪਰ ਉੱਠ ਜਾਂਦੇ ਨੇ ਉਹ ਫਿਰ ਭਗਤ ਖਵਾਉਂਦੇ ਹਨ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਜਿਹੜੇ ਮਨੁੱਖ ਚੰਗੇ ਮੰਦੇ ਦੀ ਪਰਖ ਤੋਂ ਉੱਪਰ ਉੱਠ ਜਾਂਦੇ ਨੇ, ਗੁਰੂ ਚਰਨਾਂ ਨਾਲ ਜੁੜ ਕੇ ਭਗਤ ਬਣ ਜਾਂਦੇ ਨੇ, ਦਾਸ ਨਾਨਕ ਉਹਨਾਂ ਮਨੁੱਖਾਂ ਦੀ ਸੰਗਤ ਚਾਹੁੰਦਾ ਹੈ ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸੰਤਾਂ ਦੀ ਸੰਗਤ ਵਿੱਚੋਂ ਆਪਾਂ ਵੀ ਉਸ ਦਾਨ ਨੂੰ ਪ੍ਰਾਪਤ ਕਰ ਲਈਏ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਿਸ ਕਰਕੇ ਅਸੀਂ ਵੀ ਗੁਰੂ ਦੇ ਸਿੱਖ ਬਣ ਜਾਈਏ, ਪਰਮਾਤਮਾ ਦੇ ਭਗਤ ਬਣ ਜਾਈਏ। ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਗਤ ਅਵਿਗਤ ਕਛ ਨਦਰ ਨ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਫਲ ਮਾਤ ਪਿਤਾ ਦੀ ਕਿਰਪਾ ਮਹਿ ਸੁਖ ਕਨੇਰੇ ਕੋਈ ਨਾ ਤੁਮਰਾ ਅੰਤ ਉਚੇਤੇ सगल समग्री तुमरा सूत्र तारी तुम ते होए सो हमरी गात नित तुम ही नानक दास सदा कुर्बानी। बोलना जी सतनाम श्री वाहिगुरु 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 साहिब जीओ। अरदास एक ओंकार श्री वाहिगुरु जी की फतेह। श्री भगवती सहाय वार श्री भगवती जी की पातशाही दसवीं प्रथम भगवती सिमर कै गुरु नानक ली ध्याए फिर अंगत गुर ते अमरदास रामदास सहाय। अर्जुन हरगोबिंद नु सिमरो श्री हर राय श्री हर कृष्ण ध्याई इस डिठे शब्द बजाए तेग बहादुर सिमरिया का नौन दावा ताय सब थई सहाय।
दसवें पातशाह गुरु गोबिंद सिंह जी महाराज सब थई सहाय, सब थई सहाय। दसां पातशाही ने जोत साहिब श्री गुरु ग्रंथ साहिब जी के पाठ दर्शन दीदार का ध्यान करके बोलो जी। पंजा प्यारियां चौहां साहिबजादियां 40 मुक्तियां हठियां जपियां तपियां जिन्हां नाम जपिया वंड छकिया, देग चलाई तेग वाही देख के अनिठ कीता, तिन्हां प्यारियां सचियारियां दी पवित्र कमाई का ध्यान करके बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए, खोपरियां लुहाइयां चरखड़ियां ते चढ़े तन आरियां नाल चराए, गुरुद्वारियां दी सेवा लई कुर्बानियां कीतियां धर्म नहीं हारिया, सिੱਖੀ केसां ਸਵਾਸਾਂ संग निभाही, तिन्हां दी कमाई दा ध्यान करके बोलो जी। पंजा तख्तां सरबत गुरुद्वारियां दा ध्यान करके बोलो जी। प्रथमे सरबत खालसा जी की अरदास है जी। सरबत खालसा जी को वाहिगुरु 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 चित आवा, चित आवन का सदका सर्ब सुख होवा, जहां जहां गुरु खालसा जी साहिब तहां तहां रशिया रियायत देग तेग फतेह बिरद की पैज, पंथ की जीत श्री साहिब जी सहाय, खालसा जी के बोल वाले बोलो जी। सिखा नूं सिखी दान केस दान रहत दान विवेक दान विसाह दान, भरोसा दान दाना सिरदान नाम दान, श्री अमृतसर जी के दर्शन इशनान, चौंकियां झंडे बुंगे जुग हो जुग अटल धर्म का जयकार बोलो जी। सिखां दा मन नीवा मत उची, मत पत के राखे आप वाहिगुरु, हे अकाल पुरख अपने पंथ दे सदा सहाई दातार जीओ, श्री ननकाना साहिब ते होरात गुरुद्वारियां गुरधामां, जिन्हां तो पंथ नूं विछोड़िया गया है, खुले दर्शन दीदार ते सेवा संभाल दा दान, खालसा पंथ नूं बख्शो हे निमाणियां दे मान, निताणियां दे तान, न्योटियों के ओट न्यासरियों के आसरे, बानी के चैवर छत्र तखत दे मालक, गदी ते विराजमान जुगो जुग अटल, धन धन साहिब श्री गुरु ग्रंथ साहिब जी महाराज जी, दातार पिता जी ऐस किताब जियां दी पावन पवित्र हजूरी, चरणा कमला चोर दास विनती है प्रवान करियो जी महाराज। सतगुरु जी आप जियां दी अपार किरपा रहमत बख्शिश होइयां, अमृत वेले आप जियां ने अपनी प्यारियां संगतां नूं खुले दर्शन दीदारे बख्शिश करके निहाल 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 कीता जी महाराज। अमृत वेले आप जियां दी पावन पवित्र हजूरी च अमृत वेले दियां नितनेम दियां बाणियां दे जाप होए, उपरंत धन धन गुरु ग्रंथ साहिब महाराज सच्चे पातशाह जीओ आप जियां दी पावन बाणी दी लड़ीवार शब्द दी विचार हुई, गुरबाणी जाप करदे आ शब्द दी विचार करदे आ महाराज, होइयां बेअंत भुलानी खिमा बख्शनियां गाह तो समात बख्शिश करनी जी। पढ़ी सुनी गुरबाणी दा भाव सरबत संगतां हिरदियां च वसाउणा, सतगुर दी सरबत संगत दे सीस ते मेरा प्रयत रखना, दरों घरों गुर सिੱਖੀ जीवन अमृत दी दात बख्शिश करनी, नगर खेड़े सुख रतावनी, देशां विदेशां के मेरा प्रयत रखना महाराज, खजाने भंडारे भरपूर करने जी, दर आई संगत दी हाजरी दर प्रवान करनी, तिल फुल भेटावां दर ते प्रवान करनियां, कदम कदम पुट्टे लेखे विच लाउणे, फसलवाड़ी माल नगर ते सुख रतावनी, सतगुरु जी ऐस वक्त आप जी दर कर दे प्रीतवान, सरदार सतपाल सिंह जी दे परिवार वालों पंचम कड़ा प्रसाद दी देग सजा के हाजिर है, दर प्रवान होवे परवाने प्रसाद साध संगत दे रसनी लायक हुई, सेवक परिवार दे सीस ते मेरा प्रयत रखना, कारोबार च बरकतां पाउणियां, देर उतरी दातां प्रदान करनियां, बच्चियां दी कमाईयां सफलियां करनियां, आउण वाला समा सुहावना बख्शिश करना जी। करो कृपा पावन हुक्मनामा बख्शिश करके संगतां नूं कृतार्थ करो जी, हुक्मनामे ते चलन दी समर्था बख्शो महाराज, सुख होवे नाम चिता वे नानक नाम, चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा आज्ञा पई अकाल की तभी चलायो, सब सिखण को तुम है गुरु मान्यो, गुरु ग्रंथ जी मान्यो प्रगट पुराण की, जो प्रभु को मिलत है गुरु शब्द में, राज करेगा खालसा की रहना, वार हुए सब मिलेंगे बचे शरण जो, वार हुए सब मिलेंगे बचे शरण जो हुए, बोले सो निहाले। वाहिगुरु जी का खालसा वाहिगुरु जी की फतेह।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ, ਸੋ ਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ, ਪਾਸੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ, ਪਾਸੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਨਤ ਬਨਾਈ, ਫਿਰ ਡੋਲਤ ਕਤੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ